ਦੋਸਤੋ, ਮੈਂ ਹਰਵਿੰਦਰ ਪਾਲ ਸਿੰਘ ਕਹਾਣੀਆਂ ਸੁਣਾਵਾਂਗਾ। ਕਹਾਣੀਆਂ ਸਿੱਖ ਇਤਿਹਾਸ ਦੀਆਂ ਤੇ ਕਹਾਣੀਆਂ ਆਪਣੇ ਸੋਹਣੇ ਦੇਸ਼ ਪੰਜਾਬ ਦੀਆਂ। ਅੱਜ ਦੀ ਕਹਾਣੀ ਹੈ ਰਾਣੀ ਸਦਾ ਕੌਰ। ਇੱਕ ਐਸੀ ਔਰਤ ਦੀ ਕਹਾਣੀ ਜੋ 21 ਸਾਲ ਦੀ ਉਮਰ 'ਚ ਵਿਧਵਾ ਹੋ ਗਈ, ਪਰ ਉਸ ਦੀ ਬਹਾਦਰੀ ਤੇ ਦੂਰ ਅੰਦੇਸ਼ੀ ਨੇ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਣਾ ਦਿੱਤਾ। ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਇੱਕ ਇਤਿਹਾਸਕ ਸ਼ਹਿਰ ਹੈ। ਇਸ ਦੇ ਉਜੜੇ ਹੋਏ ਬਾਗ, ਢੱਠੀਆਂ ਹੋਈਆਂ ਚੌੜੀਆਂ ਤੇ ਉੱਚੀਆਂ ਕੰਧਾਂ, ਨਾਨਕਸ਼ਾਹੀ ਇੱਟ ਦੇ ਬਣੇ ਹੋਏ ਪੁਰਾਣੇ ਮਕਾਨ, ਦਿਲਕਸ਼ ਮੀਨਾਕਾਰੀ ਵਾਲੇ ਦਰਵਾਜ਼ੇ ਇਸ ਦੀ ਗਵਾਚੀ ਹੋਈ ਸ਼ਾਨ ਦੀ ਗਵਾਹੀ ਭਰਦੇ ਨੇ। ਇੱਕ ਦਿਨ ਚਲਦੇ ਚਲਦੇ ਮੇਰੇ ਕਦਮ ਵੀ ਇੱਕ ਟੱਠੀ ਹੋਈ ਹਵੇਲੀ ਦੇ ਕੋਲ ਰੁਕ ਗਏ। ਖੁੱਲੀ ਡੁੱਲੀ ਹਵੇਲੀ ਸੀ। ਕਈ ਥਾਂ ਤੇ ਅੰਬਾਂ ਦੇ ਦਰਖਤ ਵੀ ਸਨ। ਹਵੇਲੀ ਦੇ ਸਾਹਮਣੇ ਖੜਾ ਮੈਂ ਸੋਚ ਰਿਹਾ ਸੀ, ਪਤਾ ਨਹੀਂ ਇਸ ਹਵੇਲੀ ਨੂੰ ਕਿਸ ਨੇ ਬਣਾਇਆ ਹੋਏਗਾ। ਇੰਨੇ ਵਿੱਚ ਹੀ ਇੱਕ ਬਜ਼ੁਰਗ ਮੇਰੇ ਕੋਲ ਆ ਕੇ ਖਲੋ ਗਿਆ ਤੇ ਪੁੱਛਣ ਲੱਗਾ, ਕੀ ਦੇਖਦਾ ਹੈ ਪੁੱਤਰ? ਮੈਂ ਕਿਹਾ, ਕਿੰਨੀ ਸ਼ਾਨਦਾਰ ਰਹੀ ਹੋਏਗੀ ਇਹ ਮਹਿਲਾਂ ਵਰਗੀ ਹਵੇਲੀ। ਉਸਨੇ ਹੌਕਾ ਭਰਿਆ ਤੇ ਕਹਿਣ ਲੱਗਾ, ਪੁੱਤਰ, ਮਹਿਲਾਂ ਵਰਗੀ ਨਹੀਂ, ਇਹ ਤਾਂ ਹੈ ਹੀ ਮਹਿਲ ਸੀ। ਵੰਨੀ ਵੰਨੀ ਫੁਲਵਾੜੀਆਂ ਹੁੰਦੀਆਂ ਸਨ। ਖੂਹਾਂ ਦਾ ਮਿੱਠਾ ਤੇ ਸ਼ੀਤਲ ਜਲ ਇਹਨਾਂ ਨੂੰ ਹਰਿਆ ਰੱਖਦਾ ਸੀ। ਸਵੇਰੇ ਸ਼ਾਮ ਰਾਜ ਮਹਿਲਾਂ ਦੀ ਜਵਾਨੀ ਤੇ ਸੁੰਦਰਤਾ ਇਹਨਾਂ ਫੁਲਵਾੜੀਆਂ ਵਿੱਚ ਟਹਿਲਣ ਆਇਆ ਕਰਦੀ ਸੀ। ਉਹ ਸਾਹਮਣੇ ਢੱਠੇ ਹੋਏ ਮਕਾਨ 'ਚ ਰਾਣੀ ਸਾਹਿਬਾਂ ਦੇ ਘੋੜੇ ਬੰਨੇ ਜਾਂਦੇ ਸਨ। ਘੋੜੇ ਕੀ ਸਨ? ਹਵਾ ਦੇ ਪੁੱਤਰ, ਹਾਥੀਆਂ ਜਿੰਨਾ ਬਲ ਰੱਖਣ ਵਾਲੇ। ਬਾਬਾ ਦੱਸ ਰਿਹਾ ਸੀ ਕਿ ਉਹ ਜ਼ਮਾਨੇ ਵਿੱਚ ਮੇਰੇ ਦਾਦੇ ਪੜਦਾਦਿਆਂ 'ਚੋਂ ਘਮੰਡਾ ਸਿੰਘ ਇਸ ਬਾਗ ਦਾ ਰਾਖਾ ਹੋਇਆ ਕਰਦਾ ਸੀ ਤੇ ਇਹ ਅੰਬ ਦਾ ਬੂਟਾ ਰਾਣੀ ਸਦਾ ਕੌਰ ਨੇ ਆਪਣੇ ਹੱਥੀਂ ਲਾਇਆ ਸੀ, ਆਪਣੇ ਪਤੀ ਰਾਜਾ ਗੁਰਬਖਸ਼ ਸਿੰਘ ਦੀ ਯਾਦ ਵਿੱਚ। ਮੇਰੀ ਉਤਸੁਕਤਾ ਜਾਗ ਪਈ। ਮੈਂ ਪੁੱਛਿਆ, ਬਾਬਾ ਜੀ, ਕੌਣ ਸੀ ਰਾਣੀ ਸਦਾ ਕੌਰ? ਕੀ ਹੋ ਗਿਆ ਸੀ ਉਸ ਦੇ ਪਤੀ ਗੁਰਬਖਸ਼ ਸਿੰਘ ਨੂੰ? ਬਜ਼ੁਰਗ ਨੇ ਬੈਠਣ ਦਾ ਇਸ਼ਾਰਾ ਕੀਤਾ। ਮੈਂ ਵੀ ਉਸ ਦੇ ਨਾਲ ਹੀ ਉਸੇ ਅੰਬ ਦੀ ਛਾਂ ਹੇਠਾਂ ਘਾਹ ਤੇ ਬੈਠ ਗਿਆ। ਉਹ ਬਜ਼ੁਰਗ ਕਹਿਣ ਲੱਗਾ, ਕੋਈ 1784 ਦੀ ਗੱਲ ਹੋਣੀ ਹੈ। 17-18 ਵਰਿਆਂ ਦੀ ਇੱਕ ਮੁਟਿਆਰ ਹਰਨਾਮ ਕੌਰ ਬਟਾਲੇ ਦੇ ਅਚਲੀ ਦਰਵਾਜ਼ੇ ਦੇ ਅੱਗੋਂ ਨੱਠਦੀ ਹੋਈ ਆ ਰਹੀ ਸੀ। 2-3 ਵਾਰ ਉਸਨੇ ਠੇਡੇ ਖਾਧੇ ਤੇ ਡਿੱਗ ਪਈ, ਪਰ ਉਹ ਰੁਕੀ ਨਹੀਂ। ਉਸ ਦੇ ਅੰਗ ਅੰਗ ਵਿੱਚ ਜੋਸ਼ ਅਤੇ ਕਾਹਲ ਸੀ। ਉਹ ਮੂੰਹੋਂ ਕੁਝ ਬੋਲਣਾ ਚਾਹੁੰਦੀ ਸੀ, ਪਰ ਬੋਲ ਨਾ ਸਕੀ। ਲੋਕ ਸਮਝ ਗਏ ਕਿ ਕੋਈ ਅਨੋਖੀ ਘਟਨਾ ਵਾਪਰ ਗਈ ਏ। ਉਹਨਾਂ ਹੱਟੀਆਂ ਦੇ ਬੂਹੇ ਬੰਦ ਕਰ ਦਿੱਤੇ। ਕੁਝ ਲੋਕਾਂ ਨੇ ਪੁੱਛਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਸਭ ਨੂੰ ਅਣਸੁਣਿਆ ਕਰਕੇ ਦੌੜਦੀ ਜਾ ਰਹੀ ਸੀ, ਬਸ ਦੌੜਦੀ ਜਾ ਰਹੀ ਸੀ। ਰਾਜ ਮਹਿਲ ਦੀ ਸਰਦਲ ਤੇ ਪਹੁੰਚ ਕੇ ਉਸ ਨੂੰ ਇੱਕ ਵਾਰ ਫਿਰ ਠੇਡਾ ਵੱਜਾ ਤੇ ਉਹ ਡਿੱਗ ਪਈ, ਪਰ ਉਹ ਜੋਸ਼ ਨਾਲ ਧਰਤੀ ਤੋਂ ਉੱਠੀ ਤੇ ਰਾਜ ਮਹਿਲਾਂ ਦੇ ਵਿਹੜੇ ਵਿੱਚ ਪਹੁੰਚ ਕੇ ਉਸਨੇ ਜ਼ੋਰ ਦੀ ਚੀਕ ਮਾਰੀ ਤੇ ਉਸ ਦੀ ਚੀਕ ਦੇ ਨਾਲ ਹੀ ਇਹ ਬੋਲ ਨਿਕਲੇ, ਰਾਜਾ ਜੀ ਸ਼ਹੀਦ ਹੋ ਗਏ। ਤੇ ਉਹ ਪੁੱਬਾਂ ਮਾਰ ਕੇ ਰੋਣ ਲੱਗ ਪਈ। ਜਿਸ ਕਿਸੇ ਨੂੰ ਪਤਾ ਲੱਗਦਾ ਉਹ ਮਹਿਲਾਂ ਦੇ ਵਿਹੜੇ ਵਿੱਚ ਆ ਖਲੋਂਦਾ। ਰਾਣੀ ਸਦਾ ਕੌਰ ਹੌਲੀ ਹੌਲੀ ਉੱਪਰਲੀ ਮੰਜ਼ਲ ਤੋਂ ਉਤਰ ਕੇ ਹੇਠਾਂ ਵਿਹੜੇ ਵਿੱਚ ਆ ਗਈ। ਉਸਨੂੰ ਦੇਖਦੇ ਸਾਰ ਹੀ ਲੋਕ ਉੱਚੀ ਉੱਚੀ ਰੋਣ ਲੱਗ ਪਏ। ਰਾਣੀ ਸਦਾ ਕੌਰ ਹੈਰਾਨ ਹੋ ਕੇ ਬੋਲੀ, ਹਰਨਾਮ ਕੌਰੇ, ਕੀ ਆਖਦੀ ਏ? ਰਾਣੀ ਜੀ, ਮੈਂ ਸੱਚ ਆਖਦੀ ਆਂ, ਰਾਜਾ ਜੀ ਰਣ ਭੂਮੀ 'ਚ ਸ਼ਹੀਦ ਹੋ ਗਏ ਨੇ। ਰਾਣੀ ਸਦਾ ਕੌਰ ਗਰਜ ਕੇ ਬੋਲੀ, ਬੰਦ ਕਰ ਦਿਓ ਇਹ ਰੋਣਾ, ਖਾਮੋਸ਼ ਹੋ ਜਾਓ। ਜੋ ਯੁੱਧ ਵਿੱਚ ਜਾਂਦਾ ਏ ਉਹ ਸ਼ਹੀਦ ਵੀ ਹੁੰਦਾ ਏ, ਤੇ ਜੋ ਸ਼ਹੀਦ ਹੁੰਦਾ ਏ ਉਹ ਮਰਦਾ ਨਹੀਂ, ਅਮਰ ਰਹਿੰਦਾ ਏ।
ਸਾਰੇ ਲੋਕ ਖਾਮੋਸ਼ ਹੋ ਗਏ। ਔਰਤਾਂ ਨੇ ਆਪਣੇ ਪੱਲਿਆਂ ਦੇ ਨਾਲ ਆਪਣੀਆਂ ਅੱਖਾਂ ਦੇ ਅਥਰੂ ਪੂੰਝ ਸੁੱਟੇ। ਰਾਣੀ ਸਦਾ ਕੌਰ ਆਪਣੇ ਕਮਰੇ 'ਚ ਚਲੀ ਗਈ। ਉਸ ਨੇ ਦੀਵਾਰ ਤੇ ਟੰਗੇ ਹੋਏ ਹਥਿਆਰਾਂ ਵੱਲ ਦੇਖਿਆ। ਇੱਕ ਭਾਰੀ ਜਿਹੀ ਤਲਵਾਰ ਨੂੰ ਲਾ ਲਿਆ। ਉਸ ਦੇ ਮੁੱਠੇ ਨੂੰ ਹੱਥ ਪਾਇਆ ਤੇ ਤੂੰ ਕੇ ਤਲਵਾਰ ਬਿਆਨ ਚੋਂ ਬਾਹਰ ਕੱਢ ਲਈ ਤੇ ਕਹਿਣ ਲੱਗੀ, ਹਰਨਾਮ ਕੌਰੇ, ਤੂੰ ਚੱਲ ਮੇਰੇ ਨਾਲ, ਮੈਂ ਵੀ ਰਣਭੂਮੀ 'ਚ ਜਾਣਾ ਚਾਹੁੰਦੀ ਹਾਂ। ਪਰ ਰਾਣੀ ਸਾਹਿਬਾ, ਅਸੀਂ ਜੰਗ ਹਾਰ ਚੁੱਕੇ ਹਾਂ। ਤੁਹਾਡਾ ਰਣਭੂਮੀ 'ਚ ਜਾਣਾ ਖਤਰੇ ਤੋਂ ਖਾਲੀ ਨਹੀਂ। ਸੰਸਾਰ ਚੰਦ ਤੁਹਾਡੇ ਤੇ ਬੁਰੀ ਨਜ਼ਰ ਰੱਖਦਾ ਏ, ਉਹ ਕੁਝ ਵੀ ਕਰ ਸਕਦਾ ਹੈ। ਰਾਣੀ ਨੇ ਤਲਵਾਰ ਤੇ ਪਕੜ ਮਜ਼ਬੂਤ ਕਰਦੇ ਹੋਏ ਕਿਹਾ, ਹਰਨਾਮ ਕੌਰੇ, ਮੇਰੇ ਵੱਲ ਕੋਈ ਅੱਖ ਚੁੱਕ ਕੇ ਵੇਖੇਗਾ, ਮੈਂ ਉਸ ਦੀਆਂ ਅੱਖਾਂ ਕੱਢ ਦਿਆਂਗੀ। ਤੂੰ ਚੱਲ ਮੇਰੇ ਨਾਲ। ਉਹ ਬਾਹਰ ਵੱਲ ਨਿਕਲੀ। ਡਿਓੜੀ ਦੇ ਦਰਵਾਜ਼ੇ ਖੁੱਲ ਗਏ। ਰਾਣੀ ਸਦਾ ਕੌਰ ਤੇ ਹਰਨਾਮ ਕੌਰ ਘੋੜਿਆਂ ਤੇ ਸਵਾਰ ਹੋ ਕੇ ਰਣਭੂਮੀ ਵੱਲ ਚੱਲ ਪਈਆਂ। ਸ਼ਾਮਾਂ ਪੈ ਰਹੀਆਂ ਸਨ। ਸੂਰਜ ਢਲ ਰਿਹਾ ਸੀ। ਹੌਲੀ ਹੌਲੀ ਹਨੇਰਾ ਪਸਰਦਾ ਜਾ ਰਿਹਾ ਸੀ। ਮੈਦਾਨ 'ਚ ਲਾਸ਼ਾਂ ਹੀ ਲਾਸ਼ਾਂ ਖਿਲ ਰਹੀਆਂ ਪਈਆਂ ਸਨ। ਕਿਤੇ ਕਿਸੇ ਦਾ ਸਿਰ ਪਿਆ ਸੀ ਤੇ ਕਿਤੇ ਕਿਸੇ ਦਾ ਧੜ। ਰਾਣੀ ਸਦਾ ਕੌਰ ਘੋੜੇ ਤੋਂ ਉਤਰੀ ਤੇ ਦੇਖਦੇ ਹੀ ਦੇਖਦੇ ਉਸਨੇ ਆਪਣੇ ਪਤੀ ਦੀ ਲਾਸ਼ ਨੂੰ ਪਹਿਚਾਣ ਲਿਆ। ਪੂਰੇ 40 ਜ਼ਖਮ ਸਨ ਉਸ ਦੇ ਸਰੀਰ ਤੇ, ਪਰ ਇੱਕ ਵੀ ਜ਼ਖਮ ਉਸ ਦੀ ਪਿੱਠ ਤੇ ਨਹੀਂ ਸੀ। ਰਾਣੀ ਸਦਾ ਕੌਰ ਨੇ ਆਪਣੇ ਪੱਲੂ ਦੇ ਨਾਲ ਆਪਣੇ ਸ਼ਹੀਦ ਪਤੀ ਗੁਰਬਖਸ਼ ਸਿੰਘ ਦਾ ਮੁਖੜਾ ਸਾਫ਼ ਕੀਤਾ ਤੇ ਉਸ ਦੀਆਂ ਅੱਖਾਂ 'ਚੋਂ ਪਿਆਰ ਦੇ ਹੰਝੂ ਤਿਪ ਤਿਪ ਕਰਕੇ ਗਿਰਨ ਲੱਗੇ। ਪਰ ਰਾਣੀ ਸਦਾ ਕੌਰ ਜਲਦੀ ਹੀ ਸੰਭਲ ਗਈ। ਉਸ ਨੇ ਆਪਣੇ ਸ਼ਹੀਦ ਪਤੀ ਦੇ ਸਰੀਰ ਨਾਲੋਂ ਤਲਵਾਰ, ਢਾਲ ਤੇ ਖੰਜਰ ਉਤਾਰ ਕੇ ਆਪਣੇ ਤਨ ਤੇ ਸਜਾ ਲਏ। ਉਸ ਨੇ ਦੁਪੱਟੇ ਨੂੰ ਆਪਣੀ ਛੋਟੀ ਦਸਤਾਰ ਉੱਤੇ ਦਮਾਲੇ ਵਾਂਗ ਸਜਾ ਕੇ ਮਰਦਾਵਾਂ ਪੇਖ ਧਾਰਨ ਕਰ ਲਿਆ। ਇੰਨੇ ਨੂੰ ਗੁਰਬਖਸ਼ ਸਿੰਘ ਦੇ ਪਿਤਾ ਸਰਦਾਰ ਜੈ ਸਿੰਘ ਕਨਈਆ ਜ਼ਖਮੀ ਹਾਲਤ ਵਿੱਚ ਪੁੱਤਰ ਦੀ ਲਾਸ਼ ਨੂੰ ਲੱਭਦੇ ਲੱਭਦੇ ਉੱਥੇ ਪਹੁੰਚ ਗਏ ਤੇ ਰਾਣੀ ਸਦਾ ਕੌਰ ਨੂੰ ਭਰੇ ਮਨ ਨਾਲ ਕਹਿਣ ਲੱਗੇ, ਪੁੱਤਰ, ਅਸੀਂ ਜੰਗ ਹਾਰ ਗਏ ਹਾਂ, ਹੁਣ ਕਨਈਆ ਮਿਸਲ ਦਾ ਅੰਤ ਹੋ ਜਾਏਗਾ। ਪਰ ਰਾਣੀ ਸਦਾ ਕੌਰ ਨੇ ਪਿਤਾ ਅੱਗੇ ਹੱਥ ਜੋੜ ਕੇ ਨਿਮਰਤਾ ਨਾਲ ਕਿਹਾ, ਨਹੀਂ ਪਿਤਾ ਜੀ, ਕਨਈਆ ਮਿਸਲ ਦੀ ਸਰਦਾਰੀ ਮੈਂ ਖੁਦ ਸੰਭਾਲਾਂਗੀ ਤੇ ਮਿਸਲਾਂ ਦੇ ਆਪਸੀ ਝਗੜੇ ਦਾ ਅੰਤ ਕਰਕੇ ਖਾਲਸਾ ਰਾਜ ਸਥਾਪਿਤ ਕਰਾਂਗੀ। ਰਾਣੀ ਸਦਾ ਕੌਰ ਰਣਭੂਮੀ 'ਚੋਂ ਆਪਣੇ ਪਤੀ ਦੀ ਲਹੂ ਲਿਬੜੀ ਲਾਸ਼ ਨੂੰ ਲੈ ਕੇ ਬਟਾਲੇ ਪਹੁੰਚ ਗਈ। ਉਸ ਥਾਂ ਤੇ ਰਾਣੀ ਸਦਾ ਕੌਰ ਨੇ ਆਪਣੇ ਹੱਥੀਂ ਆਪਣੇ ਪਤੀ ਰਾਜਾ ਗੁਰਬਖਸ਼ ਸਿੰਘ ਦਾ ਅੰਤਮ ਸੰਸਕਾਰ ਕੀਤਾ। ਆ ਟੱਠੀ ਹੋਈ ਸਮਾਧ ਰਾਜਾ ਗੁਰਬਖਸ਼ ਸਿੰਘ ਦੀ ਹੈ। ਇਹ ਦੱਸਦੇ ਹੋਏ ਬਜ਼ੁਰਗ ਉਦਾਸ ਹੋ ਗਿਆ ਸੀ। ਉਦਾਸੀ ਨੂੰ ਤੋੜਨ ਲਈ ਮੈਂ ਪੁੱਛਿਆ, ਬਾਬਾ ਜੀ, ਕਿੰਨੀ ਕੁ ਉਮਰ ਹੋਵੇਗੀ ਰਾਣੀ ਸਦਾ ਕੌਰ ਦੀ ਉਦੋਂ? ਰਾਣੀ ਸਦਾ ਕੌਰ 21 ਵਰ੍ਹਿਆਂ ਦੀ ਮੁਟਿਆਰ, ਚੜ੍ਹਦੀ ਜਵਾਨੀ, ਖੁੱਲੇ ਹੱਡ ਪੈਰ, ਉੱਚਾ ਕੱਦ, ਗਲ ਵਿੱਚ ਹਾਰ, ਸਿਰ ਤੇ ਦਸਤਾਰ, ਨੂਰੋ ਨੂਰ ਚਿਹਰਾ ਸੀ ਉਸ ਦਾ। ਬਹੁਤ ਸ਼ੌਕ ਸੀ ਉਸ ਨੂੰ ਤਲਵਾਰਬਾਜ਼ੀ ਤੇ ਘੋੜਸਵਾਰੀ ਦਾ। ਅਜੇ 3 ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਬਹੁਤ ਪਿਆਰ ਸੀ ਉਸ ਦਾ ਗੁਰਬਖਸ਼ ਸਿੰਘ ਦੇ ਨਾਲ। ਵਾਹਿਗੁਰੂ ਨੇ ਉਸ ਦੀ ਕੁੱਖ ਵੀ ਹਰੀ ਕਰ ਦਿੱਤੀ ਸੀ। ਇੱਕ ਕੰਨਿਆ ਦੀ ਦਾਤ ਬਖਸ਼ੀ ਸੀ, ਜਿਸ ਦਾ ਨਾਂ ਰੱਖਿਆ ਸੀ ਉਹਨਾਂ ਨੇ ਮਹਿਤਾਬ ਕੌਰ। ਉਹਨਾਂ ਦੋਹਾਂ ਦੀ ਜਵਾਨੀ ਦੇ ਚਾਅ ਅਜੇ ਅਧੂਰੇ ਹੀ ਸਨ ਕਿ ਅਚਲ ਦੀ ਲੜਾਈ ਨੇ ਗੁਰਬਖਸ਼ ਸਿੰਘ ਨੂੰ ਸਦਾ ਲਈ ਖੋਹ ਲਿਆ ਤੇ 21 ਸਾਲ ਦੀ ਉਮਰ ਵਿੱਚ ਰਾਣੀ ਸਦਾ ਕੌਰ ਵਿਧਵਾ ਹੋ ਗਈ।
ਇਹ ਦੱਸਦੇ ਹੋਏ ਬਜ਼ੁਰਗ ਦੀਆਂ ਅੱਖਾਂ ਨਮ ਹੋ ਗਈਆਂ ਸਨ ਤੇ ਉਹ ਇਤਿਹਾਸ ਦੀਆਂ ਯਾਦਾਂ ਦੇ ਵਿੱਚ ਖੋ ਗਿਆ ਸੀ। ਅਚਲ ਦੀ ਲੜਾਈ? ਮੈਂ ਅਚਲ ਦੀ ਲੜਾਈ ਬਾਰੇ ਜਾਣਨਾ ਚਾਹਿਆ। ਬਜ਼ੁਰਗ ਨੇ ਆਪਣੇ ਪਰਨੇ ਦੇ ਨਾਲ ਆਪਣੀਆਂ ਅੱਖਾਂ ਨੂੰ ਪੂੰਝਿਆ ਤੇ ਕਹਿਣ ਲੱਗਾ, ਅਚਲ ਦੀ ਲੜਾਈ ਵਿੱਚ ਇੱਕ ਪਾਸੇ ਕਨ੍ਹੱਈਆ ਮਿਸਲ ਸੀ ਤੇ ਦੂਜੇ ਪਾਸੇ ਸੀ ਕਾਂਗੜੇ ਦਾ ਰਾਜਾ ਸੰਸਾਰ ਚੰਦ ਕਟੋਚ, ਤੇ ਉਸਨੇ ਗੁਜਰਾਂਵਾਲੇ ਦੇ ਸਰਦਾਰ ਮਹਾਂ ਸਿੰਘ ਸ਼ੁੱਕਰ ਚੱਕੀਆ ਨੂੰ ਉਕਸਾ ਕੇ ਆਪਣੇ ਨਾਲ ਰਲਾ ਲਿਆ ਸੀ। ਇਸ ਲੜਾਈ ਤੋਂ ਬਾਅਦ ਕਨ੍ਹੱਈਆ ਮਿਸਲ ਦੇ ਬਹੁਤ ਸਾਰੇ ਇਲਾਕੇ ਉਸ ਦੇ ਹੱਥੋਂ ਨਿਕਲ ਗਏ ਸਨ। ਪਠਾਨਕੋਟ ਤੇ ਨੂਰਪੁਰ ਸਮੇਤ ਬਹੁਤ ਵੱਡਾ ਇਲਾਕਾ ਸੰਸਾਰ ਚੰਦ ਦੇ ਕਬਜ਼ੇ ਚਲਾ ਗਿਆ ਸੀ। ਭਾਵੇਂ ਕੁਝ ਇਲਾਕੇ ਮਹਾਂ ਸਿੰਘ ਦੇ ਹੱਥ ਵੀ ਆ ਗਏ ਸਨ, ਪਰ ਗੁਰਬਖਸ਼ ਸਿੰਘ ਦੀ ਮੌਤ ਤੋਂ ਮਹਾਂ ਸਿੰਘ ਦੁਖੀ ਵੀ ਬਹੁਤ ਸੀ। ਕੁਝ ਸਰਦਾਰਾਂ ਨੇ ਕਈ ਵਾਰੀ ਰਾਣੀ ਸਦਾ ਕੌਰ ਨੂੰ ਕਿਹਾ ਵੀ ਕਿ ਮਹਾਂ ਸਿੰਘ ਸ਼ੁੱਕਰ ਚੱਕੀਆ ਤੇ ਹਮਲਾ ਕਰਕੇ ਸਰਦਾਰ ਗੁਰਬਖਸ਼ ਸਿੰਘ ਦੀ ਮੌਤ ਦਾ ਬਦਲਾ ਲਿਆ ਜਾਏ, ਪਰ ਰਾਣੀ ਸਦਾ ਕੌਰ ਦੇ ਸੁਪਨੇ ਬਹੁਤ ਵਿਸ਼ਾਲ ਸਨ। ਉਹ ਆਪਸੀ ਲੜਾਈ ਝਗੜੇ ਵਿੱਚ ਉਲਝਣਾ ਨਹੀਂ ਚਾਹੁੰਦੀ ਸੀ। ਉਸ ਦਾ ਬਸ ਇੱਕੋ ਇੱਕ ਨਿਸ਼ਾਨਾ ਸੀ ਕਿ ਮਿਸਲਾਂ ਦੇ ਆਪਸੀ ਝਗੜਿਆਂ ਨੂੰ ਮਿਟਾ ਕੇ ਇੱਕ ਵੱਡਾ ਖਾਲਸਾ ਰਾਜ ਕਾਇਮ ਕੀਤਾ ਜਾਏ। ਇੱਕ ਦਿਨ ਕਾਫੀ ਸੋਚ ਵਿਚਾਰ ਦੇ ਪਿੱਛੋਂ ਸਦਾ ਕੌਰ ਆਪਣੇ ਬਜ਼ੁਰਗ ਸਹੁਰੇ ਸਰਦਾਰ ਜੈ ਸਿੰਘ ਕਨ੍ਹੱਈਆ ਨੂੰ ਕਹਿਣ ਲੱਗੀ, ਪਿਤਾ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦੀ ਹਾਂ। ਦੱਸ ਪੁੱਤਰ, ਕੀ ਕਹਿਣਾ ਚਾਹੁੰਦੀ ਹੈ? ਪਿਤਾ ਜੀ, ਮਹਾਂ ਸਿੰਘ ਦਾ ਪੁੱਤਰ ਰਣਜੀਤ ਸਿੰਘ ਆਪਣੀ ਮਹਿਤਾਬ ਕੌਰ ਦੇ ਖਾਨ ਦਾ ਏ, ਕਿਉਂ ਨਾ ਉਸ ਨੂੰ ਮਹਿਤਾਬ ਕੌਰ ਲਈ ਮੰਗ ਲਿਆ ਜਾਏ। ਕੀ ਕਹਿ ਰਹੀ ਹੈ ਤੂੰ? ਜਿਸ ਮਹਾਂ ਸਿੰਘ ਨੇ ਪਹਾੜੀਏ ਸੰਸਾਰ ਚੰਦ ਨਾਲ ਰਲ ਕੇ ਸਾਡੇ ਸਾਰੇ ਇਲਾਕੇ ਖੋਹ ਲਏ, ਤੈਨੂੰ ਪਰ ਜਵਾਨੀ 'ਚ ਵਿਧਵਾ ਕਰ ਦਿੱਤਾ, ਤੂੰ ਉਸ ਦੇ ਪੁੱਤਰ ਰਣਜੀਤ ਸਿੰਘ ਨੂੰ ਆਪਣਾ ਜਵਾਈ ਬਣਾਉਣਾ ਚਾਹੁੰਦੀ ਹੈ? ਨਹੀਂ ਸਦਾ ਕੌਰੇ, ਨਹੀਂ, ਇਹ ਨਹੀਂ ਹੋ ਸਕਦਾ। ਦੇਖੀ ਕਿਤੇ ਦੁਸ਼ਮਣ ਨਾਲ ਰਿਸ਼ਤੇਦਾਰੀ ਜੋੜ ਕੇ ਸਾਡੀ ਅਣਖ ਮਿੱਟੀ 'ਚ ਨਾ ਮਿਲਾ ਦੇਈਂ। ਪਰ ਰਾਣੀ ਸਦਾ ਕੌਰ ਠਰਮੇ ਨਾਲ ਬੋਲੀ, ਕਹਿਣ ਲੱਗੀ, ਪਿਤਾ ਜੀ, ਭਾਵੇਂ ਮਹਾਂ ਸਿੰਘ ਦੇ ਕੀਤੇ ਹੋਏ ਜ਼ੁਲਮਾਂ ਦਾ ਜ਼ਖਮ ਬਹੁਤ ਗਹਿਰਾ ਏ ਤੇ ਪਤੀ ਦੀ ਮੌਤ ਦਾ ਗਮ ਮੈਂ ਕਦੇ ਵੀ ਨਹੀਂ ਭੁੱਲ ਸਕਦੀ, ਪਰ ਪਿਤਾ ਜੀ, ਅਸੀਂ ਹਰ ਰੋਜ਼ ਸੱਚੇ ਪਾਤਸ਼ਾਹ ਅੱਗੇ ਅਰਦਾਸ ਵੀ ਤਾਂ ਕਰਦੇ ਹਾਂ ਕਿ ਰਾਜ ਕਰੇਗਾ ਖਾਲਸਾ, ਤੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਆਪਸੀ ਦੁਸ਼ਮਣੀ ਤਾਂ ਮਿਟਾਉਣੀ ਹੀ ਪਏਗੀ। ਪਿਤਾ ਜੀ, ਮੈਂ ਆਪਣੇ ਗੁਰਸਿੱਖ ਭਰਾਵਾਂ ਨਾਲ ਲੜਨਾ ਨਹੀਂ ਚਾਹੁੰਦੀ। ਹਾਂ, ਬਾਹਰਲੇ ਦੁਸ਼ਮਣਾਂ ਨਾਲ ਤਾਂ ਮੈਂ ਆਖਰੀ ਦਮ ਤੱਕ ਲੜਦੀ ਰਹਾਂਗੀ। ਬਜ਼ੁਰਗ ਜੈ ਸਿੰਘ ਨੇ ਸਦਾ ਕੌਰ ਦੀ ਸਲਾਹ ਮੰਨ ਲਈ। ਕਹਿਣ ਲੱਗੇ, ਪੁੱਤਰ, ਕਨ੍ਹੱਈਆ ਮਿਸਲ ਦੀ ਵਾਰਿਸ ਹੁਣ ਤੂੰ ਹੀ ਏ। ਦਸਮ ਪਿਤਾ ਨੂੰ ਹਾਜ਼ਰ ਜਾਣ ਕੇ ਪੰਥ ਦੇ ਭਲੇ ਲਈ ਜੋ ਫੈਸਲਾ ਚਾਹੇ ਲੈ ਸਕਦੀ ਹੈ। ਬਾਬਾ ਦੱਸ ਰਿਹਾ ਸੀ ਕਿ ਬਟਾਲੇ ਤੋਂ ਗੁਜਰਾਂਵਾਲੇ ਲਾਗੀ ਭੇਜ ਦਿੱਤੇ ਗਏ ਤੇ ਮਹਿਤਾਬ ਕੌਰ ਦੀ ਕੁੜਮਾਈ ਰਣਜੀਤ ਸਿੰਘ ਨਾਲ ਕਰਨ ਦੀ ਗੱਲ ਤੋਰੀ ਗਈ। ਉਧਰ ਮਹਾਂ ਸਿੰਘ ਨੂੰ ਵੀ ਆਪਣੇ ਕੀਤੇ ਤੇ ਬਹੁਤ ਪਛਤਾਵਾ ਸੀ। ਜਦੋਂ ਉਸ ਨੇ ਇਸ ਪ੍ਰਸਤਾਵ ਬਾਰੇ ਸੁਣਿਆ ਤਾਂ ਉਸ ਦੀਆਂ ਅੱਖਾਂ 'ਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ। ਉਸ ਨੇ ਖੁਸ਼ੀ-ਖੁਸ਼ੀ ਆਪਣੇ ਇਕਲੌਤੇ ਪੁੱਤਰ ਰਣਜੀਤ ਸਿੰਘ ਦਾ ਸਾਕ ਮਹਿਤਾਬ ਕੌਰ ਨਾਲ ਕਰਨਾ ਪ੍ਰਵਾਨ ਕਰ ਲਿਆ ਤੇ ਕਨ੍ਹੱਈਆ ਮਿਸਲ ਦੇ ਖੋਏ ਹੋਏ ਸਾਰੇ ਇਲਾਕੇ ਵਾਪਸ ਕਰ ਦਿੱਤੇ। ਇਸ ਤਰ੍ਹਾਂ ਸਦਾ ਕੌਰ ਦੀ ਦੂਰ ਅੰਦੇਸ਼ੀ ਦੇ ਨਾਲ ਦੋਹਾਂ ਧਿਰਾਂ ਦੀ ਦੁਸ਼ਮਣੀ ਦਾ ਅੰਤ ਹੋ ਗਿਆ। ਮੈਂ ਰਾਣੀ ਸਦਾ ਕੌਰ ਦੀ ਦੂਰ ਅੰਦੇਸ਼ੀ ਬਾਰੇ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ। ਕੁਝ ਕਹਿਣਾ ਚਾਹਿਆ, ਪਰ ਬਾਬਾ ਆਪਣੇ ਖਿਆਲਾਂ ਵਿੱਚ ਮਸਤ ਬੋਲਦਾ ਜਾ ਰਿਹਾ ਸੀ। ਬਾਬਾ ਦੱਸ ਰਿਹਾ ਸੀ, ਬਸੰਤ ਦੇ ਦਿਨ ਸਨ, ਠੰਡੀ ਠੰਡੀ ਹਵਾ ਵਗ ਰਹੀ ਸੀ। ਅੰਮ੍ਰਿਤ ਵੇਲਾ ਹੋ ਚੁੱਕਾ ਸੀ। ਇਸੇ ਵੇਲੇ
ਰਾਣੀ ਸਦਾ ਕੌਰ ਮਹਿਲ ਦੇ ਚਬੂਤਰੇ ਤੇ ਚੌਕੜਾ ਮਾਰ ਕੇ ਬੈਠੀ ਗੁਰਬਾਣੀ ਦੇ ਪਾਠ ਵਿੱਚ ਮਗਨ ਸੀ। ਪਰ ਅੱਜ ਗੁਰਬਾਣੀ ਪੜ੍ਹਦਿਆਂ ਉਹ ਜੋਸ਼ ਤੇ ਉਤਸ਼ਾਹ ਨਾਲ ਭਰ ਗਈ। ਉਸ ਨੂੰ ਆਪਣੇ ਅੰਦਰੋਂ ਇੱਕ ਆਵਾਜ਼ ਆਈ, ਸਦਾ ਕੌਰੇ ਉੱਠ, ਘੋੜੇ ਤੇ ਸਵਾਰ ਹੋ ਜਾ। ਦਰਿਆ ਅਟਕ ਤੇ ਸਤਲੁਜ ਤੈਨੂੰ ਵਾਜਾਂ ਮਾਰ ਰਹੇ ਨੇ। ਖੈਬਰ, ਹਰੀਪੁਰ, ਹਜ਼ਾਰਾ ਤੇ ਕਸ਼ਮੀਰ ਤੇਰੇ ਕਦਮਾਂ ਦੀ ਛੋਹ ਪਾਉਣ ਲਈ ਬੇਤਾਬ ਨੇ। ਜੋਸ਼ ਤੇ ਉਤਸ਼ਾਹ ਨਾਲ ਭਰੀ ਹੋਈ ਰਾਣੀ ਸਦਾ ਕੌਰ ਚਬੂਤਰੇ ਤੋਂ ਉਤਰ ਕੇ ਮਹਿਲਾਂ 'ਚ ਆ ਗਈ। ਉਸ ਨੇ ਆਪਣੀ ਵਫਾਦਾਰ ਸੇਵਕ ਹਰਨਾਮ ਕੌਰ ਨੂੰ ਕਿਹਾ, ਹਰਨਾਮ ਕੌਰੇ, ਜਥੇਦਾਰ ਦਲ ਸਿੰਘ ਤੇ ਮੁਨਸ਼ੀ ਰਾਮ ਚੰਦ ਨੂੰ ਬੁਲਾਇਆ ਜਾਏ। ਰਾਣੀ ਸਦਾ ਕੌਰ ਮਰਦਾਵੇਂ ਵੇਸ਼ 'ਚ ਤਿਆਰ ਬਰ ਤਿਆਰ ਹੋ ਗਈ। ਸਿਰ ਤੇ ਦਮਾਲਾ, ਦੁਮਾਲੇ ਤੇ ਲੋਹੇ ਦੇ ਚੱਕਰ ਤੇ ਕਮਰ ਕੱਸੇ ਵਿੱਚ ਖੰਜਰ। ਇਹਨੇ 'ਚ ਸਰਦਾਰ ਦਲ ਸਿੰਘ ਤੇ ਮੁਨਸ਼ੀ ਰਾਮ ਚੰਦ ਹਾਜ਼ਰ ਹੋ ਗਏ। ਸਦਾ ਕੌਰ ਨੇ ਪੁੱਛਿਆ, ਮੁਨਸ਼ੀ ਜੀ, ਮੈਂ ਜਾਣਨਾ ਚਾਹੁੰਦੀ ਹਾਂ ਕਿ ਸਾਡੀ ਮਿਸਲ ਦੇ ਕਿਹੜੇ-ਕਿਹੜੇ ਇਲਾਕੇ ਖੋਏ ਗਏ ਨੇ। ਮੁਨਸ਼ੀ ਰਾਮ ਚੰਦ ਰਾਣੀ ਦੇ ਤੇਵਰ ਦੇਖ ਕੇ ਡਰ ਗਿਆ ਤੇ ਡਰਦੇ ਹੋਏ ਕਹਿਣ ਲੱਗਾ, ਪਠਾਨਕੋਟ, ਮੁਕੇਰੀਆਂ ਤੇ ਨੂਰਪੁਰ ਪਾਰ ਦਾ ਸਾਰਾ ਇਲਾਕਾ ਸੰਸਾਰ ਚੰਦ ਦੇ ਕਬਜ਼ੇ 'ਚ ਹੈ। ਪਰ ਰਾਣੀ ਸਾਹਿਬਾ, ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਰਾਣੀ ਸਦਾ ਕੌਰ ਸਖਤ ਹੋ ਕੇ ਬੋਲੀ, ਖਾਮੋਸ਼। ਫਿਰ ਉਹ ਦਲ ਸਿੰਘ ਨੂੰ ਪੁੱਛਣ ਲੱਗੀ, ਸਰਦਾਰ ਦਲ ਸਿੰਘ ਜੀ, ਕਿੰਨੀ ਕੁ ਫੌਜ ਹੈ ਆਪਣੇ ਕੋਲ? ਰਾਣੀ ਸਾਹਿਬਾ, ਕੁੱਲ 2000, ਪਰ ਅਸੀਂ ਤੁਹਾਡੇ ਇੱਕ ਹੁਕਮ ਤੇ ਆਪਣੀ ਜਾਨ ਦੀ ਬਾਜ਼ੀ ਲਾ ਦਿਆਂਗੇ। ਸ਼ਾਬਾਸ਼ ਸਰਦਾਰ ਦਲ ਸਿੰਘ ਜੀ, ਸ਼ਾਬਾਸ਼। ਬਾਗ ਦੇ ਸਾਹਮਣੇ ਸਾਰੀ ਫੌਜ ਨੂੰ ਹਾਜ਼ਰ ਕੀਤਾ ਜਾਏ। ਮੈਂ ਖੁਦ ਸਾਰੀ ਫੌਜ ਦਾ ਮੁਆਇਨਾ ਕਰਾਂਗੀ। ਇੰਨੇ ਨੂੰ ਹਰਨਾਮ ਕੌਰ ਆ ਕੇ ਕਹਿਣ ਲੱਗੀ, ਸਰਦਾਰਨੀ ਜੀ, ਕੋਈ ਫਰਿਆਦੀ ਆਇਆ ਏ, ਹੁਣੇ ਹੀ ਭੇਜ ਦਿਓ। ਫਰਿਆਦੀ ਦੇ ਦੁੱਖ ਤਾਂ ਸਭ ਤੋਂ ਪਹਿਲਾਂ ਸੁਣੇ ਜਾਣਗੇ। ਫਰਿਆਦੀ ਇੱਕ ਨੌਜਵਾਨ ਲੜਕੀ ਸੀ। ਸਿਰ ਤੇ ਕਾਲੀ ਚਾਦਰ ਦੀ ਬੁੱਕਲ ਮਾਰੀ ਹੋਈ ਤੇ ਨਾਂ ਸੀ ਉਸਦਾ ਦੇਸਾਂ। ਰਾਣੀ ਨੂੰ ਦੇਖਦੇ ਸਾਰ ਹੀ ਦੇਸਾਂ ਡਡਿਆ ਕੇ ਕਹਿਣ ਲੱਗੀ, ਰਾਣੀ ਜੀ, ਜਲਦੀ ਕੋਈ ਚਾਰਾ ਕਰੋ, ਨਹੀਂ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਏਗਾ। ਉਹਨਾਂ ਦੀ ਜਾਨ ਖਤਰੇ 'ਚ ਹੈ। ਕਿਸ ਦੀ ਜਾਨ ਖਤਰੇ 'ਚ ਹੈ? ਕਿਸ ਨੂੰ ਮਾਰ ਦਿੱਤਾ ਜਾਏਗਾ? ਜੀ, ਕਿਲੇਦਾਰ ਨੂੰ। ਕਿਹੜੇ ਕਿਲੇਦਾਰ ਨੂੰ? ਜੀ, ਪਠਾਨਕੋਟ ਦੇ ਕਿਲੇਦਾਰ ਨੂੰ। ਅੱਛਾ, ਵਰਿਆਮ ਸਿੰਘ ਨੂੰ? ਜੀ। ਤੇਰਾ ਕੀ ਲੱਗਦਾ ਵਰਿਆਮ ਸਿੰਘ? ਜੀ, ਮੇਰੀ ਕੁੜਮਾਈ ਹੋਈ ਹੈ ਉਹਨਾਂ ਨਾਲ। ਪਰ ਉਹ ਤਾਂ ਸੰਸਾਰ ਚੰਦ ਦੀ ਕੈਦ 'ਚ ਹੈ। ਜੀ। ਤੇ ਉਹਨਾਂ ਨੂੰ ਮਾਰਨਾ ਕਿਉਂ ਚਾਹੁੰਦਾ ਹੈ? ਰਾਜੇ ਦੀ ਨੀਅਤ ਮਾੜੀ ਏ। ਗੱਲ ਕੀ ਹੋਈ? ਪੂਰੀ ਗੱਲ ਤਾਂ ਦੱਸ। ਰਾਜਾ ਸੰਸਾਰ ਚੰਦ ਉਹਨਾਂ ਨੂੰ ਕਹਿੰਦਾ ਏ ਕਿ ਤੇਰੀ ਰਿਹਾਈ ਹੋ ਸਕਦੀ ਏ ਜੇ ਤੂੰ ਕਿਸੇ ਨਾ ਕਿਸੇ ਬਹਾਨੇ ਰਾਣੀ ਸਦਾ ਕੌਰ ਨੂੰ ਮੇਰੇ ਕੋਲ ਲੈ ਆਵੇਂ। ਮੈਂ ਉਸ ਨੂੰ ਆਪਣੀ ਰਾਣੀ ਬਣਾਉਣਾ ਚਾਹੁੰਦਾ। ਜਦੋਂ ਉਹਨਾਂ ਨੇ ਇਹ ਗੱਲ ਸੁਣੀ ਤਾਂ ਉਹ ਗੁੱਸੇ ਨਾਲ ਲੋਹੇ ਲਾਖੇ ਹੋ ਗਏ। ਉਹਨਾਂ ਨੇ ਸੰਸਾਰ ਚੰਦ ਨੂੰ ਲਾਹਨਤਾਂ ਪਾਈਆਂ, ਗਾਲਾਂ ਕੱਢੀਆਂ। ਸੰਸਾਰ ਚੰਦ ਨੇ ਉਹਨਾਂ ਨੂੰ ਬੇੜੀਆਂ 'ਚ ਜਕੜ ਕੇ ਕਾਲ ਕੋਠੜੀ 'ਚ ਬੰਦ ਕਰ ਦਿੱਤਾ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਰਾਣੀ ਜੀ, ਇਹ ਸੁਣ ਕੇ ਰਾਣੀ ਸਦਾ ਕੌਰ ਜੋਸ਼ 'ਚ ਆ ਗਈ ਤੇ ਕਹਿਣ ਲੱਗੀ, ਸ਼ਾਇਦ ਉਸ ਨੇ ਕਦੇ ਕਿਸੇ ਸਿੰਘਣੀ ਦੇ ਹੱਥ ਨਹੀਂ ਵੇਖੇ। ਮੈਂ ਉਸ ਨੂੰ ਇਸ ਦਾ ਮਜ਼ਾ ਚਖਾ ਕੇ ਰਹਾਂਗੀ। ਸਰਦਾਰ ਦਲ ਸਿੰਘ ਜੀ, ਫੌਜ ਨੂੰ ਹੁਣੇ ਹੀ ਕੂਚ ਕਰਨ ਦਾ ਹੁਕਮ ਦਿੱਤਾ ਜਾਏ। ਕੂਚ ਦੀ ਖਬਰ ਸੁਣਦੇ ਹੀ ਬਟਾਲਾ ਸ਼ਹਿਰ ਦੇ ਵਾਸੀ ਹੈਰਾਨ ਹੋ ਗਏ, ਪਰ ਜਲਦੀ ਹੀ ਸਭ ਨੂੰ ਸੰਸਾਰ ਚੰਦ ਦੀ ਕਮੀਨਗੀ ਦਾ ਪਤਾ ਲੱਗ ਗਿਆ। ਲੋਕਾਂ 'ਚ ਸੰਸਾਰ ਚੰਦ ਵਿਰੁੱਧ ਗੁੱਸੇ ਦੀ ਲਹਿਰ ਦੌੜ ਗਈ। ਬਟਾਲੇ ਦੇ ਅਣਖੀਲੇ ਨੌਜਵਾਨ ਹਥਿਆਰ ਚੁੱਕ ਕੇ ਸਦਾ ਕੌਰ ਦੇ ਨਾਲ ਰਲ ਗਏ। ਫੌਜ ਤੋਂ ਸਲਾਮੀ ਲੈ ਕੇ
ਰਾਣੀ ਸਦਾ ਕੌਰ ਗਰਜ ਕੇ ਬੋਲੀ, ਸਿੰਘੋ, ਅਸੀਂ ਕਿਸੇ ਦੇ ਇਲਾਕੇ ਤੇ ਕਬਜ਼ਾ ਨਹੀਂ ਕਰਨਾ, ਪਰ ਆਪਣਾ ਖੁੱਸਿਆ ਹੋਇਆ ਇਲਾਕਾ ਵਾਪਸ ਜ਼ਰੂਰ ਲੈਣਾ ਏ। ਪਠਾਨਕੋਟ ਕਿਲੇ 'ਚ ਕੈਦ ਕੀਤੇ ਆਪਣੇ ਸਿੰਘਾਂ ਨੂੰ ਛਡਾਉਣਾ ਏ ਤੇ ਕਮੀਨੇ ਸੰਸਾਰ ਚੰਦ ਨੂੰ ਸਜ਼ਾ ਦੇਣੀ ਏ। ਸਿੰਘਾਂ ਦਾ ਖੂਨ ਖੋਲਣ ਲੱਗ ਪਿਆ, ਕਿਉਂਕਿ ਉਹ ਜਾਣਦੇ ਸਨ ਕਿ ਗੁਰਬਖਸ਼ ਸਿੰਘ ਦੀ ਮੌਤ ਦਾ ਅਸਲ ਜ਼ਿੰਮੇਵਾਰ ਸੰਸਾਰ ਚੰਦ ਏ। ਜੈਕਾਰਿਆਂ ਦੀ ਗੂੰਜ ਦੇ ਨਾਲ ਹੀ ਰਾਣੀ ਸਦਾ ਕੌਰ ਗਰਜੀ ਤੇ ਕੂਚ ਦਾ ਬਿਗਲ ਵਜਾ ਦਿੱਤਾ ਜਾਏ। ਨਰਸਿੰਘਾ ਵੱਜਿਆ, ਨਗਾਰੇ ਤੇ ਚੋਟ ਲੱਗੀ। ਦੇਖਦੇ ਹੀ ਦੇਖਦੇ ਘੋੜੇ ਸਰਪਟ ਦੌੜਨ ਲੱਗੇ। ਉਹ ਵਾਹ ਵਰੋਲੇ ਵਾਂਗ ਪਠਾਨਕੋਟ ਵੱਲ ਵੱਧਦੀ ਜਾ ਰਹੀ ਸੀ। ਅਖੀਰ ਉੱਥੇ ਪਹੁੰਚ ਗਈ ਜਿੱਥੋਂ ਸੰਸਾਰ ਚੰਦ ਦੇ ਇਲਾਕੇ ਦੀ ਹੱਦ ਸ਼ੁਰੂ ਹੁੰਦੀ ਸੀ। ਸੰਸਾਰ ਚੰਦ ਦੇ ਸਰਹੱਦੀ ਥਾਣੇ ਦੀ ਛੋਟੀ ਜਿਹੀ ਫੌਜੀ ਟੁਕੜੀ ਤਾਂ ਸਦਾ ਕੌਰ ਦੇ ਵਾਹ ਵਰੋਲੇ ਸਾਹਮਣੇ ਤਿਣਕਿਆਂ ਦੀ ਤਰ੍ਹਾਂ ਉੱਡ ਗਈ। ਰਾਣੀ ਸਦਾ ਕੌਰ ਨੇ ਉੱਥੇ ਆਪਣਾ ਥਾਣਾ ਬਿਠਾ ਦਿੱਤਾ ਤੇ ਇਲਾਕਾ ਵਾਸੀਆਂ ਨੇ ਮੁੜ ਬਟਾਲਾ ਰਾਜ 'ਚ ਸ਼ਾਮਲ ਹੋਣ ਦੀ ਖੁਸ਼ੀ ਮਨਾਈ। ਘੋੜੇ ਫੇਰ ਦੌੜਨ ਲੱਗੇ। ਕੁਝ ਹੀ ਪਲਾਂ 'ਚ ਸਦਾ ਕੌਰ ਪਠਾਨਕੋਟ ਪਹੁੰਚ ਗਈ ਤੇ ਦੇਖਦੇ ਹੀ ਦੇਖਦੇ ਉਸਨੇ ਕਿਲੇ ਨੂੰ ਘੇਰਾ ਪਾ ਲਿਆ। ਪਰ ਇਸੇ ਦੌਰਾਨ ਸੂਰਜ ਡੁੱਬ ਗਿਆ ਸੀ ਤੇ ਹਮਲਾ ਸਵੇਰ ਹੋਣ ਤੱਕ ਟਾਲ ਦਿੱਤਾ ਗਿਆ। ਦੇਸਾਂ ਕਹਿਣ ਲੱਗੀ, ਰਾਣੀ ਸਾਹਿਬ ਜੀ, ਰਾਤ ਦਾ ਸਮਾਂ ਹੈ, ਮੈਂ ਪੇਸ ਬਦਲ ਕੇ ਕਿਲੇ ਦੇ ਅੰਦਰ ਜਾ ਸਕਦੀ ਹਾਂ, ਪਰ ਇਹ ਕੰਮ ਖਤਰੇ ਤੋਂ ਖਾਲੀ ਨਹੀਂ। ਸਦਾ ਕੌਰ ਨੇ ਕਿਹਾ, ਰਾਣੀ ਸਾਹਿਬਾ, ਵਾਹਿਗੁਰੂ ਦੀ ਕਿਰਪਾ ਨਾਲ ਦੇਸਾਂ ਕਿਸੇ ਖਤਰੇ ਤੋਂ ਡਰਦੀ ਨਹੀਂ। ਮੈਂ ਇੱਕ ਵਾਰੀ ਪਹਿਲਾਂ ਵੀ ਕਿਲੇ ਦੇ ਅੰਦਰ ਜਾ ਹੀ ਹਾਂ। ਉਹਨਾਂ ਨੇ ਮੈਨੂੰ ਕਿਲੇ ਦੇ ਸਾਰੇ ਭੇਦ ਸਮਝਾਏ ਹੋਏ ਨੇ। ਵਰਿਆਮ ਸਿੰਘ ਨੇ ਜੀ, ਕਿਲੇ ਦੇ ਪਿਛਲੇ ਪਾਸੇ ਇੱਕ ਥਾਂ ਤੇ ਖੁਰਦਰੇ ਪੱਥਰਾਂ ਦੀ ਦੀਵਾਰ ਏ, ਜਿਸ ਤੇ ਆਸਾਨੀ ਨਾਲ ਪੈਰ ਟਿਕਾ ਕੇ ਮੈਂ ਕਿਲੇ ਦੇ ਅੰਦਰ ਦਾਖਲ ਹੋ ਸਕਦੀ ਹਾਂ। ਠੀਕ ਹੈ ਦੇਸਾਂ, ਪਰ 5 ਸਿੰਘ ਵੀ ਤੇਰੇ ਨਾਲ ਜਾਣਗੇ ਤੇਰੀ ਹਿਫਾਜ਼ਤ ਵਾਸਤੇ। 5 ਸਿੰਘਾਂ ਨੂੰ ਨਾਲ ਲੈ ਕੇ ਕਾਲੀ ਚਾਦਰ ਦੀ ਬੁੱਕਲ ਮਾਰ ਕੇ ਦੇਸਾਂ ਰਾਤ ਦੇ ਹਨੇਰੇ ਵਿੱਚ ਅਲੋਪ ਹੋ ਗਈ। ਬਜ਼ੁਰਗ ਦੱਸ ਰਿਹਾ ਸੀ ਕਿ ਰਾਣੀ ਸਦਾ ਕੌਰ ਨੇ ਦਿਨ ਚੜ੍ਹਦਿਆਂ ਹੀ ਕਿਲੇ ਤੇ ਹਮਲਾ ਬੋਲ ਦਿੱਤਾ। ਘਮਾਸਾਨ ਦੀ ਲੜਾਈ ਚੱਲ ਰਹੀ ਸੀ ਕਿ ਦੇਸਾਂ ਨੇ ਅੰਦਰਲੇ ਬੰਨਿਓ ਕਿਲੇ ਦਾ ਬੂਹਾ ਖੋਲ ਦਿੱਤਾ ਤੇ ਰਾਣੀ ਸਦਾ ਕੌਰ ਦੀ ਫੌਜ ਹਨੇਰੀ ਦੇ ਵਾਂਗੂ ਕਿਲੇ ਦੇ ਅੰਦਰ ਜਾ ਵੜੀ। ਪਹਾੜੀਆਂ ਨੇ ਹਥਿਆਰ ਸੁੱਟ ਦਿੱਤੇ ਤੇ ਵਰਿਆਮ ਸਿੰਘ ਨੂੰ ਛੁਡਾ ਲਿਆ ਗਿਆ। ਰਾਣੀ ਸਦਾ ਕੌਰ ਨੇ ਪਠਾਨਕੋਟ ਫਤਿਹ ਕਰਨ ਤੋਂ ਬਾਅਦ ਸੰਸਾਰ ਚੰਦ ਨੂੰ ਘੇਰਨ ਲਈ ਕਾਂਗੜੇ ਵੱਲ ਕੂਚ ਕਰ ਦਿੱਤਾ। ਸਦਾ ਕੌਰ ਲਹੂ ਲਿਬੜੀ ਤਲਵਾਰ ਹੱਥ 'ਚ ਫੜ ਕੇ ਪਹਾੜੀਆਂ ਤੇ ਘਾਟੀਆਂ ਨੂੰ ਚੀਰਦੀ ਹੋਈ ਕਾਂਗੜੇ ਵੱਲ ਵੱਧ ਰਹੀ ਸੀ। ਸਵੇਰ ਹੁੰਦਿਆਂ ਸਾਰੀ ਸਦਾ ਕੌਰ ਕਾਂਗੜੇ ਪਹੁੰਚ ਗਈ। ਬੋਲੇ ਸੋਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਕਾਂਗੜੇ ਦੀਆਂ ਪਹਾੜੀਆਂ ਗੂੰਜ ਉੱਠੀਆਂ। ਘਮਾਸਾਨ ਦਾ ਯੁੱਧ ਸ਼ੁਰੂ ਹੋ ਗਿਆ ਤੇ ਯੁੱਧ ਦੇ ਦੌਰਾਨ ਹੀ ਸੰਸਾਰ ਚੰਦ ਦਾ ਸੈਨਾਪਤੀ ਸਦਾ ਕੌਰ ਨਾਲ ਲੜਦਾ ਹੋਇਆ ਘੋੜੇ ਤੋਂ ਹੇਠਾਂ ਜਾ ਡਿੱਗਾ ਤੇ ਰਾਣੀ ਸਦਾ ਕੌਰ ਦੇ ਕਾਬੂ ਆ ਗਿਆ। ਪਹਾੜੀ ਸੈਨਾ 'ਚ ਭਾਜੜ ਪੈ ਗਈ। ਡਰਦੀ ਹੋਈ ਪਹਾੜੀ ਸੈਨਾ ਭੱਜ ਕੇ ਕਿਲੇ ਦੇ ਅੰਦਰ ਜਾ ਵੜੀ ਤੇ ਕਿਲੇ ਦੇ ਦਰਵਾਜ਼ੇ ਬੰਦ ਕਰ ਲਏ। ਦੇਖਦੇ ਹੀ ਦੇਖਦੇ ਰਾਣੀ ਸਦਾ ਕੌਰ ਨੇ ਕਾਂਗੜੇ ਦੇ ਕਿਲੇ ਨੂੰ ਘੇਰ ਲਿਆ। ਕਿਲਾ ਪਹਾੜੀ ਦੀ ਚੋਟੀ ਉੱਤੇ ਸੀ। ਇੱਕ ਪਾਸੇ ਡੂੰਘੀ ਖਾਈ ਸੀ ਤੇ ਦੂਜੇ ਪਾਸੇ ਮੋਰਚੇ ਮਜ਼ਬੂਤ ਸਨ। ਦੂਰ ਅੰਦੇਸ਼ ਰਾਣੀ ਨੇ ਇਹ ਵੀ ਭਾਂਪ ਲਿਆ ਕਿ ਕਿਲੇ ਤੇ ਹਮਲਾ ਕਰਨ ਨਾਲ ਸਾਡੀਆਂ ਫੌਜਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਰਾਣੀ ਸਦਾ ਕੌਰ ਨੇ ਵਿਉਂਤ ਬਣਾਈ ਤੇ ਗ੍ਰਿਫਤਾਰ ਕੀਤੇ ਸੈਨਾਪਤੀ ਨੂੰ ਰਿਹਾ ਕਰਕੇ ਕਿਹਾ, ਜਾਓ, ਰਾਜਾ ਸੰਸਾਰ ਚੰਦ ਨੂੰ ਕਹਿ ਦਿਓ, ਅਗਰ ਜਾਨੀ ਨੁਕਸਾਨ ਤੋਂ ਬਚਣਾ ਚਾਹੁੰਦੇ ਹੋ ਤਾਂ ਦੁਪਹਿਰ ਤੱਕ ਕਿਲੇ ਦੇ ਦਰਵਾਜ਼ੇ ਖੋਲ ਦਿੱਤੇ ਜਾਣ, ਨਹੀਂ ਤਾਂ ਕਿਲੇ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ। ਲੰਬੀ ਸੋਚ ਵਿਚਾਰ ਦੇ ਮਗਰੋਂ ਰਾਜਾ ਸੰਸਾਰ ਚੰਦ ਨੇ ਮਜਬੂਰ ਹੋ ਕੇ
ਕਿਲੇ ਉੱਤੇ ਸ਼ਾਂਤੀ ਦਾ ਚਿੱਟਾ ਝੰਡਾ ਲਹਿਰਾ ਦਿੱਤਾ। ਰਾਣੀ ਸਦਾ ਕੌਰ ਪੂਰੀ ਸਾਵਧਾਨੀ ਨਾਲ ਕਿਲੇ ਦੀ ਡਿਓੜੀ ਵੱਲ ਵਧੀ। ਕਿਲੇ ਦੇ ਦਰਵਾਜ਼ੇ ਖੁੱਲ੍ਹ ਗਏ। ਰਾਜਾ ਸੰਸਾਰ ਚੰਦ ਤੇ ਉਸਦਾ ਸੈਨਾਪਤੀ ਰਾਣੀ ਸਦਾ ਕੌਰ ਦੇ ਸਾਹਮਣੇ ਆ ਕੇ ਗੋਡਿਆਂ ਦੇ ਭਾਰ ਹੋ ਕੇ ਬੈਠ ਗਏ। ਸੰਸਾਰ ਚੰਦ ਨੂੰ ਦੇਖਦਿਆਂ ਸਾਰੀ ਸਿੰਘਾਂ ਦਾ ਖੂਨ ਖੌਲ ਉੱਠਿਆ। ਤਲਵਾਰਾਂ ਲਹਿਰਾ ਕੇ ਉਹ ਸੰਸਾਰ ਚੰਦ ਨੂੰ ਮਾਰਨ ਲਈ ਅੱਗੇ ਵਧੇ, ਪਰ ਰਾਣੀ ਸਦਾ ਕੌਰ ਨੇ ਉਹਨਾਂ ਨੂੰ ਰੋਕ ਦਿੱਤਾ ਤੇ ਕਿਹਾ, ਰੁਕ ਜਾਓ ਵੀਰੋ। ਫੌਜ ਰੁਕ ਗਈ ਸੀ। ਰਾਣੀ ਸਦਾ ਕੌਰ ਘੋੜੇ ਤੇ ਸਵਾਰ ਸੀ। ਉਸ ਨੇ ਤਲਵਾਰ ਦੀ ਨੋਕ ਨਾਲ ਸੰਸਾਰ ਚੰਦ ਦੀ ਠੋਡੀ ਤਾਂ ਚੁੱਕੀ ਤੇ ਗਰਜ ਕੇ ਕਿਹਾ, ਮੈਂ ਚਾਹਾਂ ਤਾਂ ਤੇਰੀ ਜਾਨ ਲੈ ਸਕਦੀ ਹਾਂ, ਪਰ ਤੂੰ ਸ਼ਰਨ ਆਇਆ ਹੈ। ਮੇਰੇ ਗੁਰੂ ਦਾ ਹੁਕਮ ਹੈ ਕਿ ਸ਼ਰਨ ਆਏ ਤੇ ਵਾਰ ਨਹੀਂ ਕਰਨਾ, ਲੇਕਿਨ ਤੈਨੂੰ ਸਜ਼ਾ ਤਾਂ ਭੁਗਤਣੀ ਪਏਗੀ। ਤੈਨੂੰ ਆਪਣੀ ਬੇਟੀ ਦਾ ਸਾਕ ਮੇਰੀ ਮਰਜ਼ੀ ਅਨੁਸਾਰ ਕਿਸੇ ਸਿੰਘ ਸਰਦਾਰ ਨਾਲ ਕਰਨਾ ਪਏਗਾ। ਬੋਲ, ਮਨਜ਼ੂਰ ਹੈ? ਉਹ ਫੁੱਟ-ਫੁੱਟ ਕੇ ਰੋਣ ਲੱਗਾ ਤੇ ਕਹਿਣ ਲੱਗਾ, ਮੈਨੂੰ ਮਨਜ਼ੂਰ ਹੈ। ਤੇ ਇਸ ਦੇ ਨਾਲ ਹੀ ਸਿੰਘਾਂ ਦਾ ਗੁੱਸਾ ਵੀ ਸ਼ਾਂਤ ਹੋ ਗਿਆ ਸੀ। ਰਾਣੀ ਸਦਾ ਕੌਰ ਫਿਰ ਗਰਜੀ, ਦੂਜੀ ਸ਼ਰਤ, ਕਾਂਗੜੇ ਨੂੰ ਛੱਡ ਕੇ ਨੂਰਪੁਰ ਤੋਂ ਪਾਰ ਦਾ ਸਾਰਾ ਇਲਾਕਾ ਹੁਣ ਵਾਪਸ ਬਟਾਲਾ ਰਾਜ 'ਚ ਸ਼ਾਮਲ ਕਰ ਲਿਆ ਗਿਆ। ਬੋਲ, ਮਨਜ਼ੂਰ ਹੈ? ਸੰਸਾਰ ਚੰਦ ਹੱਥ ਜੋੜ ਕੇ ਬੋਲਿਆ, ਮੈਨੂੰ ਮਨਜ਼ੂਰ ਹੈ। ਮੁਨਸ਼ੀ ਜੀ, ਸੰਧੀ ਨਾਮਾ ਲਿਖ ਲਿਆ ਜਾਏ, ਰਾਣੀ ਸਦਾ ਕੌਰ ਨੇ ਕਿਹਾ, ਤੇ ਸੰਧੀ ਨਾਮਾ ਲਿਖ ਲਿਆ ਗਿਆ। ਬਜ਼ੁਰਗ ਬੜੇ ਮਾਣ ਨਾਲ ਦੱਸ ਰਿਹਾ ਸੀ ਕਿ ਇਹ ਰਾਣੀ ਸਦਾ ਕੌਰ ਦੀ ਪਹਿਲੀ ਫਤਿਹ ਸੀ। ਉਸ ਨੇ ਆਪਣੀ ਬਹਾਦਰੀ ਤੇ ਦੂਰ ਅੰਦੇਸ਼ੀ ਨਾਲ ਖੁੱਸੇ ਹੋਏ ਸਾਰੇ ਇਲਾਕੇ ਛੁਡਾ ਲਏ ਸਨ। ਬਜ਼ੁਰਗ ਨੇ ਅੰਬ ਦੇ ਦਰਖਤ ਤੇ ਹੱਥ ਰੱਖਦੇ ਹੋਏ ਕਿਹਾ, ਇਹ ਅੰਬ ਦਾ ਬੂਟਾ ਰਾਣੀ ਸਦਾ ਕੌਰ ਨੇ ਉਦੋਂ ਲਾਇਆ ਸੀ ਆਪਣੇ ਪਤੀ ਗੁਰਬਖਸ਼ ਸਿੰਘ ਦੀ ਯਾਦ ਵਿੱਚ। ਮੈਂ ਪੁੱਛਿਆ, ਬਾਬਾ ਜੀ ਫੇਰ ਕੀ ਹੋਇਆ? ਤਾਂ ਉਹ ਬਜ਼ੁਰਗ ਕਹਿਣ ਲੱਗਾ, ਪੁੱਤਰ ਕੱਲ ਫੇਰ ਆਵੀਂ, ਹੁਣ ਮੈਂ ਰਹਿ ਰਾਸ ਦਾ ਪਾਠ ਕਰਨਾ। ਇਹ ਕਹਿੰਦੇ ਹੋਏ ਬਜ਼ੁਰਗ ਖੜਾ ਹੋ ਗਿਆ। ਉਸ ਨੇ ਆਪਣੇ ਪਰਨੇ ਨੂੰ ਝਾੜ ਕੇ ਮੋਢੇ ਤੇ ਰੱਖ ਲਿਆ ਤੇ ਚੱਲ ਪਿਆ। ਢਲਦੇ ਹੋਏ ਸੂਰਜ ਦੀ ਰੋਸ਼ਨੀ 'ਚ ਹਵੇਲੀ ਦੀ ਦੀਵਾਰ ਦੇ ਨਾਲ ਹੌਲੀ ਹੌਲੀ ਤੁਰਦਾ ਉਹ ਢੱਠੀ ਹੋਈ ਹਵੇਲੀ ਦਾ ਹੀ ਇੱਕ ਹਿੱਸਾ ਜਾਪ ਰਿਹਾ ਸੀ।